श्री नानक पद पंकज बंदन सिमरो अंगद सदा निकंदन। अमरदास गुर हृदय ध्यावो श्री गुरु रामदास गुण गावो। श्री अर्जन विघ्नन के नासक हर गोबिंद शुभ सुमत प्रकाशिक। श्री हर राय नमो कर जोरी गुरु हर कृष्ण मनाए बहोरी। तेग बहादुर परम कृपाला श्री गुरु गोविंद सिंह विसाला। तरों तरा पर पुन पुन सीसा बंदों बार बार जगदीसा। जिसमें है अमृत ज्ञान है माणक भगत वराग। गुरु ग्रंथ साहिब उदद बंदों कर अनुराग। सतनाम श्री वाहिगुरु। साजन संत करो एहो काम आन त्याग जपो हर नाम। सिमर 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 सुख पावहो आप जपो अवरह नाम जपावहो। भगत पाए तरिय संसार बिन भगति तन होसी शार। सर्ब कल्याण सुख निध नाम बूढ़त जात पाए विश्राम। सगल दुख का होवत नाश नानक नाम जपो गुण तास। सगल दुख का होवत नाश नानक नाम जपो गुण तास। वाहिगुरु जी का खालसा वाहिगुरु जी की फतेह। धन गुरु गोबिंद सिंह महाराज कलगीधर स्वामी सतगुरु जिन्हां सतगुरां दी बदौलत गुरु घर कायम हन संगतां आबाद हन। एक बेनती आई है प्रबंधकों वालों कि कुछ बीबियां दी लंगर विच प्रशादे पकाउण दी सेवा वास्ते जरूरत है। जो सेवा दे प्रेमी माइयां हन वो लंगर विच पहुँच के प्रशादियां दी सेवा कर लैण। बाकी जो संगतां हेठां जां इधर उधर ਜਾਂ ਲੰਗਰ ਵਿੱਚ
ਬੈਠੇ ਹਨ ਉਹ ਗੁਰੂ ਘਰ ਵਿਖੇ ਆ ਕੇ ਗੁਰੂ ਦੀ ਬਾਣੀ ਨਾਲ ਜੁੜ ਕੇ ਗੁਰੂ ਕੇ ਦਰਬਾਰ ਦੀ ਸ਼ੋਭਾ ਨੂੰ ਵਧਾਓ ਅਤੇ ਲਾਹੇ ਲਈਏ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਸਤਿਗੁਰੂ, ਜਿਨ੍ਹਾਂ ਨੇ ਜਗਤ ਜਲੰਦੇ ਦੀ ਰੱਖਿਆ ਕਰਨ ਵਾਸਤੇ ਜਿੱਥੇ ਬੜੇ ਬੜੇ ਜੰਗ ਯੁੱਧ ਲੜੇ ਹਨ, ਉੱਥੇ ਨਾਲ ਦੀ ਨਾਲ ਕਲਮ ਕਰਕੇ ਵੀ ਸਤਿਗੁਰੂ ਕਲਮ ਦੇ ਵੀ ਧਨੀ ਹਨ। ਬੇਅੰਤ ਬਾਣੀ ਦਾ ਉਚਾਰਨ ਹੋਇਆ ਹੈ। ਭਾਈ ਦਲਜੀਤ ਸਿੰਘ ਜੀ ਨੇ ਹੁਕਮ ਕੀਤਾ ਕਿ ਜਾਪ ਸਾਹਿਬ ਦੀ ਮਹਿਮਾ ਦੀ ਕਥਾ ਸੁਣਾਓ। ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ। ਬਾਣੀ ਸਾਰੀ ਹੀ ਅਗਾਧ ਬੋਧ ਹੈ, ਸਾਰੀ ਬਾਣੀ ਦੀ ਮਹਿਮਾ ਹੀ ਮਹਾਨ ਹੈ। ਆਓ ਪਹਿਲਾਂ ਇੱਥੋਂ ਹੀ ਵਿਚਾਰ ਨੂੰ ਅੱਗੇ ਤੋਰਦੇ ਹਾਂ। ਸਤਰੈ ਸਹਿ 34ਵਾਂ ਮਹਾਮੰਤਰ ਸ਼ੁਭ ਜਾਪ। ਉਸਤਿ ਆਦਿ ਅਕਾਲ ਪੁਨ ਕਰੀ ਉਚਾਰਨ ਆਪ। 17 ਸਹਿ 34ਵਾਂ 1734 ਸੰਮਤ ਦੀ ਘਟਨਾ ਹੈ, ਜਦੋਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ 11 ਸਾਲਾਂ ਦੀ ਬਣਦੀ ਹੈ। ਗੁਰੂ ਜੀ ਦਾ ਅਵਤਾਰ 1723 ਦਾ ਵਿਦਵਾਨਾਂ ਨੇ ਮੰਨਿਆ ਹੈ। 1723 ਤੋਂ 1734 11 ਸਾਲ ਦੀ ਉਮਰ। 5 ਸਾਲ ਤਾਂ ਸਤਿਗੁਰੂ ਪਟਨੇ ਵਿੱਚ ਰਹੇ ਹਨ। ਬਾਲ ਲੀਲਾ ਦੇ ਇੱਥੇ ਬੇਅੰਤ ਕੌਂਤਕ ਕੀਤੇ। ਇਸ ਸਮੇਂ ਸਤਿਗੁਰੂ ਜੀ ਅਨੰਦਪੁਰ ਦੀ ਧਰਤੀ ਨੂੰ ਭਾਗ ਲਾਉਂਦੇ ਹਨ। ਗੁਰੂ ਮਹਾਰਾਜ ਜੀ ਨੇ ਪੌਂਟੇ ਸਾਹਿਬ ਦੀ ਧਰਤੀ ਤੇ ਵੀ ਬੜੇ ਕੌਂਤਕ ਕੀਤੇ। ਬੇਅੰਤ ਬਾਣੀ ਦੀ ਰਚਨਾ ਹੋਈ ਹੈ। ਉੱਥੇ ਸੰਕੇਤ ਵੀ ਆ ਗਏ ਬਾਣੀ ਵਿੱਚ ਕਿ ਇਹ ਰਚਨਾ ਪੌਂਟੇ ਹੋਈ ਹੈ, ਇਹ ਰਚਨਾ ਆਨੰਦਪੁਰ ਹੋਈ ਹੈ, ਜਾਂ ਹੋਰ ਥਾਵਾਂ ਉੱਤੇ ਵੀ ਗੁਰਦੇਵ ਮਹਾਰਾਜ ਜੀ ਨੇ ਬਾਣੀ ਰਚੀ ਹੈ। ਠਾਕੁਰ ਨਿਹਾਲ ਸਿੰਘ ਜੀ ਮਹਾਵਿਦਵਾਨ ਹੋਏ ਹਨ ਗੁਰੂ ਘਰ ਦੇ। ਕਦੇ ਠਾਕਰਾਂ ਵਾਲੇ ਡੇਰੇ ਸ੍ਰੀ ਅੰਮ੍ਰਿਤਸਰ ਸਾਹਿਬ 300 ਸਾਧੂ ਰਹਿੰਦਾ ਸੀ। 300 ਸਾਧੂਆਂ ਦੀ ਮੰਡਲੀ, ਤੇ ਉਹ ਵਿਦਿਆ ਵਿੱਚ ਬੜੇ ਪ੍ਰਵੀਨ ਸਨ। ਵਿਦਿਆ ਪੜ੍ਹਾਈ ਜਾਂਦੀ ਸੀ। ਸੋ ਸੰਤ ਠਾਕੁਰ ਨਿਹਾਲ ਸਿੰਘ ਜੀ ਲਿਖਦੇ ਹਨ, ਜਦੋਂ ਸੱਚਖੰਡ ਦੇ ਦਰਸ਼ਨਾਂ ਨੂੰ ਗਏ ਬਾਬਾ ਜੀ, ਤਾਂ ਕੋਈ ਕੁਝ ਅਰਪਣ ਕਰ ਰਿਹਾ, ਕੋਈ ਮਾਇਆ ਚੜਾ ਰਿਹਾ, ਕੋਈ ਬਸਤਰ ਚੜਾ ਰਿਹਾ ਹੈ, ਕੋਈ ਵੰਨ ਸੁਵੰਨੇ ਪੁਸ਼ਾਕੇ ਦੇ ਰਿਹਾ ਹੈ। ਤੇ ਸੰਤਾਂ ਨੇ 1.5 ਸਾਲ ਰਹਿ ਕੇ ਲਾਗੇ ਕਰੀਮ ਨਗਰ ਹੈ ਹਜੂਰ ਸਾਹਿਬ ਦੇ, ਉੱਥੇ ਸ੍ਰੀ ਜਾਪ ਸਾਹਿਬ ਜੀ ਦਾ ਟੀਕਾ ਲਿਖਿਆ ਹੈ, ਅਰਥ ਲਿਖੇ ਨੇ। 1132 ਸਫ਼ਿਆਂ ਦੀ ਪੁਸਤਕ ਹੈ ਇਕੱਲੇ ਜਾਪ ਸਾਹਿਬ ਦੀ। ਜਦੋਂ ਅਸੀਂ ਇੱਥੇ ਪਹਿਲਾਂ ਆਏ ਹਾਂ, ਕਾਫੀ ਸਾਲ ਪਹਿਲਾਂ, ਉਦੋਂ ਇਹਦੀ ਮਹੀਨਾ ਪਰ ਕਥਾ ਚੱਲੀ ਇਸ ਗੁਰੂ ਘਰ ਵਿੱਚ। 17 ਸਹਿ 34ਵਾਂ ਮਹਾਮੰਤਰ ਸ਼ੁਭ ਜਾਪ। 1734 ਬਿਕਰਮੀ ਵਿੱਚ ਮਹਾਮੰਤਰ ਦੀ ਰਚਨਾ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦਾ ਮਹਾਮੰਤਰ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹੈ। ਗੁਰਮੰਤਰ ਵਾਹਿਗੁਰੂ ਹੈ। ਬੀਜ ਮੰਤਰ ਏਕ ਓੰਕਾਰ ਹੈ। ਮੂਲ ਮੰਤਰ ਏਕ ਓੰਕਾਰ ਤੋਂ ਨਾਨਕ ਹੋਸੀ ਪੀ ਸਚ ਤੱਕ ਸੰਪੂਰਨ ਪੜਨਾ ਚਾਹੀਦਾ ਹੈ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੰਤਰਾਂ ਨਾਲੋਂ ਵੀ ਵੱਡਾ ਮੰਤਰ ਰਚ ਦਿੱਤਾ ਹੈ, ਜਾਪ। ਜਪ ਗੁਰੂ ਨਾਨਕ ਦੇਵ ਜੀ ਦੀ ਰਚਨਾ ਤੇ ਜਾਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ। ਉਸਤਤ ਆਦ ਅਕਾਲ ਪੁਨ ਕਰੀ ਉਚਾਰਨ ਆਪ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਸਮ ਦਰਬਾਰ ਵਿੱਚ ਦੂਸਰੀ ਬਾਣੀ ਦਾ ਨਾਮ ਹੈ ਅਕਾਲ ਉਸਤਤ। ਅਕਾਲ ਪੁਰਖ ਦੀ ਮਹਿਮਾ। ਆਦ ਬਾਣੀ ਵਿੱਚ ਵੀ ਪਰਮੇਸ਼ਰ ਦੀ ਮਹਿਮਾ ਹੈ, ਕਿਸੇ ਰਾਜੇ ਦੀ ਮਹਿਮਾ ਨਹੀਂ, ਕਿਸੇ ਧਨਵਾਨ ਦੀ ਮਹਿਮਾ ਨਹੀਂ, ਕੇਵਲ ਪਰਮੇਸ਼ਰ ਦੀ ਮਹਿਮਾ। ਉਸਤਤ ਆਦ ਅਕਾਲ ਪੁਨ ਕਰੀ ਉਚਾਰਨ ਆਪ। ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਾਣੀ ਉਚਾਰੀ ਹੈ, ਕਿਸੇ ਕਵੀ ਨੇ ਨਹੀਂ ਉਚਾਰੀ। ਕਵੀਆਂ ਦੀ ਬਾਣੀ ਦਾ ਸੰਗ੍ਰਹਿ ਵੱਖਰਾ ਹੈ। ਗੋਰਖ ਦੱਤ ਦਿਗੰਬਰ ਅੰਬਰ ਆਏ ਆਦੇਸ ਆਦੇਸ ਅਲਾਈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਜਿੱਥੇ ਦੁਨੀਆ ਦੇ ਧਨੀ ਆ ਕੇ ਝੁਕਦੇ ਨੇ, ਉੱਥੇ ਰਾਜੇ ਮਹਾਰਾਜੇ ਵੀ ਆਉਂਦੇ ਨੇ। ਗਰੀਬ ਵਾਸਤੇ ਵੀ ਦਰਵਾਜ਼ੇ ਖੁੱਲੇ ਨੇ, ਅਮੀਰਾਂ ਵਾਸਤੇ ਵੀ ਖੁੱਲੇ ਨੇ। ਜੋ ਗੁਪਤ ਰੂਹਾਂ ਨੇ, ਜੋ ਚਿਰੰਜੀਵੀ ਮਹਾਂਪੁਰਸ਼ ਨੇ, ਉਹ ਵੀ ਆਉਂਦੇ ਨੇ ਦਰਸ਼ਨਾਂ ਵਾਸਤੇ। ਹਰ ਕੋਈ ਚਾਹੁੰਦਾ ਕਿ ਮੈਂ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾਵਾਂ। ਗੋਰਖਨਾਥ ਨੂੰ ਵੀ ਚਿਰੰਜੀਵੀ ਮੰਨਿਆ ਹੈ। ਗੋਰਖਨਾਥ, ਦੱਤਾਤਰੇय ਅਤੇ ਹੋਰ ਅਨੇਕਾਂ ਹੀ ਮੁਨੀ ਇਕੱਤਰ ਹੋ ਕੇ ਗੁਰੂ ਦਰਬਾਰ ਵਿੱਚ ਆਏ ਅਤੇ ਨਮਸਕਾਰ ਕੀਤੀ। ਗੋਬਿੰਦ ਸਿੰਘ ਸੁਣੋ ਪਵ ਪੰਥ, ਸਵੈ ਪੰਥ ਕੋ ਪਾਰ ਕਰਾਈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ, ਸੰਸਾਰ ਵਿੱਚ ਬਹੁਤ ਰਾਹ ਨੇ, ਰਸਤੇ ਨੇ ਪ੍ਰਭੂ ਮਿਲਾਪ ਦੇ। ਉਹਨਾਂ ਵਿੱਚੋਂ ਇੱਕ ਤੁਸੀਂ ਸ੍ਰਿਸ਼ਟ ਰਸਤਾ ਧਾਰਨ ਕੀਤਾ ਹੈ। ਗੁਰੂ ਨਾਨਕ ਦੇਵ ਦਾ ਜੋ ਮਤ ਹੈ, ਇਹ ਸਾਰੇ ਰਸਤਿਆਂ ਤੋਂ ਸੌਖਾ ਰਸਤਾ, ਇਹਦੇ ਨਾਲੋਂ ਹੋਰ ਸੌਖਾ ਰਾਹ ਨਹੀਂ ਹੈ। ਬਾਕੀ ਸਾਰੇ ਕਠਿਨ ਰਸਤੇ ਨੇ ਜਿਹੜੇ ਪ੍ਰਭੂ ਤੱਕ ਪਹੁੰਚਦੇ ਨੇ। ਜੋ ਅੱਜ ਦੇ ਯੁੱਗ ਵਿੱਚ ਨਵੇਂ ਨਵੇਂ ਧਰਮ ਸਾਡੇ ਸਾਹਮਣੇ ਉੱਭਰ ਰਹੇ ਨੇ, ਉਹ ਪਰਮਾਤਮਾ ਤੱਕ ਨਹੀਂ ਪਹੁੰਚਦੇ, ਕੇਵਲ ਭੁਲੇਖਾ ਪਾਉਂਦੇ ਨੇ। ਜੋ ਸਹੀ ਰੂਪ ਦੇ ਅੰਦਰ ਪ੍ਰਭੂ ਤੱਕ ਲਿਜਾਣ ਵਾਲੇ ਮਾਰਗ ਨੇ, ਉਹਨਾਂ ਸਾਰਿਆਂ ਤੋਂ ਸੌਖਾ ਰਾਹ ਹੈ ਗੁਰੂ ਨਾਨਕ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਕੋ ਪੰਥ ਕੋ ਪਾਰ ਕਰਾਈ। ਜਿੱਥੇ ਖਾਲਸਾ ਪੰਥ ਦੀ ਸਿਰਜਣਾ ਹੋਈ, ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਚਲਾਇਆ, ਮਾਰਿਆ ਸਿੱਕਾ, ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਮਲ ਤੋਂ ਰਹਿਤ, ਮਲ ਰਹਿਤ ਇਤੀ ਨਿਰਮਲਾ। ਜਿਹਦੇ ਵਿੱਚ ਮੈਲ ਨਹੀਂ, ਜਿਹਦੇ ਵਿੱਚ ਮਿਲਾਵਟ ਨਹੀਂ, ਜਿਹਦੇ ਵਿੱਚ ਧੋਖਾ ਨਹੀਂ, ਹੇਰਾ ਫੇਰੀ ਨਹੀਂ, ਠੱਗੀ ਨਹੀਂ, ਦਗਾ ਨਹੀਂ, ਉਹਦਾ ਨਾਮ ਹੈ ਖਾਲਸਾ। ਪਰ ਨਿੰਦ ਭਾਈ ਸਾਹਿਬ ਜੀ ਲਿਖਦੇ ਨੇ ਖਾਲਸੇ ਦੇ ਲੱਛਣ। ਕਥਾ ਲੰਮੀ ਹੋ ਜਾਵੇਗੀ, ਪਹਿਲਾਂ ਇਸੇ ਨੂੰ ਪੂਰਾ ਕਰ ਲਈਏ। ਗੋਰਖ ਦੱਤ ਸੁਣੋ ਸਭ ਸਤ, ਆਦੇਸ ਅਲੇਖ ਅਲੇਖ ਕੋ ਭਾਈ। ਗੋਰਖਨਾਥ ਜੀ, ਦੱਤਾਤਰੇय ਜੀ, ਹੇ ਮੁਨੀ ਰਾਜ, ਆਪ ਸੱਚ ਕਹਿੰਦੇ ਹੋ ਕਿ ਸਮਾਂ ਕਲਯੁਗ ਦਾ ਭਿਆਨਕ ਹੈ। ਪਰਮਾਤਮਾ ਨੂੰ ਹਰ ਬੰਦਾ ਹੀ ਪੌੜੀ ਲਾਈ ਬੈਠਾ ਵੀ ਮੇਰੀ ਪੌੜੀ ਥਾਣੀ ਚੜ੍ਹ ਜੋ, ਛੇਤੀ ਪਹੁੰਚ ਜਾਓਗੇ। ਅਜੇ ਉਹ ਪ੍ਰਭੂ ਤੱਕ ਰਾਹ ਪਹੁੰਚਦਾ ਵੀ ਹੈ ਕਿ ਨਹੀਂ ਪਹੁੰਚਦਾ, ਇਹ ਵੀ ਸੋਚਣ ਵਾਲੀ ਗੱਲ ਹੈ।
तुसी नमस्कार कीती है, तुहाडी सब दी कीती नमस्कार प्रभु नू पूजे। आदेश अलेख अलेख को भाई, तुहाडी आदेश नमस्कार जो लिखे तो रहत वाहिगुरू है ओनू पहुंच जावे। तुसी कहा भी कोई अपने सिखां दा बाणू बद्धा जे, तां दसम महाराज कहंदे हां, असीं अपने सिखां दे भले वास्ते, असीं अपने खालसे दी रखिया वास्ते जाप साहिब दी रचना कीती है। जाप जप जप जाप को जाप को आप आप लखाई। जेड़ा कोई सिख जाप दा जापक बनदा है, जेड़ा रात दिन जाप साहिब पढ़दा है, ऐसे अनंत निहंग सिंह मिलणगे जेड़े सारा सारा दिन दसवें पातशाह की बाणी पढ़ते रहते हैं। नामधारियां विच भी ऐसे सिख मौजूद हैं जो बेअंत बाणी का अभ्यास करते हैं। एक ते गल पक्की है ना भी हर गुरसिख वास्ते नितनेम दियां बाणियां लाजमी कर दित्तियां। उन्हां विच दूसरी बाणी जाप साहिब आउंदी है। जाप जप जप जाप को जापक, जेड़ा जाप करदा जिहदा जप विच मन नहीं लगदा, वाहिगुरू वाहिगुरू विच ध्यान नहीं लगदा, ओदे वास्ते भी ये जप ही है। जाप साहिब दा पाठ करना, जप जी दा पाठ करना। महापुरुष कहंदे जाप साहिब दे पाठ कर लेने, जप जी दे पाठ कर लेने, ये भी भजन ही आ। क्योंकि भजन वास्ते ग्राउंड बनानी पैंदी, जगह बनानी पैंदी। जगह तादी बनेगी जे बाणी पढ़ी जाएगी। जाप जप जप जाप को जाप को आप लखाई। जाप दा जप आपे दी लखता करवा दिंदा है। मनुख की है इस गल दी सोझी हो आउंदी है। श्री गुरु गोबिंद सिंह महाराज जी दी, श्री गुरु गोबिंद सिंह महाराज जी दी जिस गुरसिख ते बहुती कृपा होवे, वो असीं किवें अंदाजा ला सकते हैं। कहंदे जिहदे ते कलगियां वाले त्रुठदे ने उहनूं जाप साहिब दा पाठ कंठ हो जांदा, जबानी याद हो जांदा। ते जे सानू कंठ नहीं होया ते सानू समझना चाहिए भी साडे ते अजे गुरु की कृपा फुल नहीं, थोड़ी कृपा है। जो असीं गुटके तो पाठ कर लेने भी चंगी गल है, पर जेड़े जापक ने उन्हां नूं बाणी कंठ हो जाती है। जां फिर इदां भी कहा है कि जेड़े हठीए लोग ने, हठी तपी ने, हठियां तपियां दा नां अरदास विच आउंदा। चंगा हठ करना गुरु जी ने सिखाया, माड़े हठ तो वरजिया। कोई ये हठ कर लवे भी मैं जाप साहिब जबानी याद करना, ते फिर वो लग पवे इस बन्ने हठ करके। ते जिन्हां ने हठ तप रखिया वो 6 महीनों च कामयाब हो जाते हैं। 6 महीने का कोर्स है। जिन्हों जाप साहब नहीं आता, मेरे ना 6 महीने रवे, ओनू आउण लग पू, मैनू भावें ना आवे। इस गल की मैं गारंटी करदा। जेड़े पढ़ाउण वाले हुंदे ना मास्टर, जां टिकटां देण वाले हुंदे आ कलिंडर, वो दूजिआं नूं टिकटां कट कट देई जांदे आ, दूजिआं नूं रसीदां कट कट देई जांदे, आप भावें ना ही कट्टण। क्यों? ये भी एक सेवा वा। साडा काम है लोकां नूं बाणी पढ़ पढ़ सुनाई जानी। जे असीं भी तुर पईए उस राह ते फिर ते गल ही की आ। पर कई बार संगत विचों इस गल ते बहुत कईयां दा मन दुखी हो जांदा भी जो ये कहिंदे ने आप ते करदे नहीं। गुरु दा हुक्म है भी कथनी ते करनी दा बंदा इको जिहा चाहीदा, पर बहुत दुर्लभ है। 10वें महाराज कहिंदे कोई लखां विचों भी एक लभना औखा है। 1 लाख ज्ञानी इकट्ठा कर लो
ਉਹਦੇ ਵਿੱਚੋਂ ਚੰਦ ਹੀ ਹੋਣਗੇ ਜਿਹੜੇ ਆਪਣੀ ਕਥਨੀ ਤੇ ਆਪ ਚੱਲਦੇ ਹੋਣ। ਰਹੋ ਵਿਚਾਰ। ਜਿਹੜਾ ਮਹਾਬਲੀ ਯੋਧਾ ਹੈ ਉਹਨੂੰ ਬਾਣੀ ਕੰਠ ਹੋ ਜਾਂਦੀ ਹੈ। ਬਾਣੀ ਕੰਠ ਤੇ ਮਾਇਆ ਗੰਠ। ਮਾਇਆ ਉਹੀ ਹੈ ਜਿਹੜੀ ਆਪਣੇ ਹੱਥ 'ਚ ਹੈ, ਬਾਣੀ ਉਹੀ ਹੈ ਜਿਹੜੀ ਕੰਠ ਹੈ। ਕਈ ਵਾਰ ਸੋਚੀਦਾ ਸੀ ਵੀ ਚੱਲ ਜਦੋਂ ਜੀ ਕਰੂ ਸ਼ਬਦ ਲਿਖ ਕੇ ਕੰਮ ਸਾਰ ਲਿਆ ਕਰਾਂਗੇ। ਹੁਣ ਐਨਕ ਲੱਗ ਗਈ ਆ, ਐਨਕ ਤੋਂ ਬਿਨਾਂ ਅੱਖਰ ਨਹੀਂ ਦਿਸਦੇ। ਇਸੇ ਤਰ੍ਹਾਂ ਜਿਹੜੇ ਟਕਸਾਲਾਂ ਵਿੱਚ ਕੀਰਤਨ ਸਿਖਾਉਂਦੇ ਨੇ ਉਹ ਜ਼ੁਬਾਨੀ ਸਿਖਾਉਂਦੇ ਨੇ। ਤੇ ਹਰਿਮੰਦਰ ਸਾਹਿਬ ਦੀ ਮਰਿਆਦਾ ਇਹ ਆ, ਸੱਚਖੰਡ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ, ਕਿ ਕੋਈ ਰਾਗੀ ਉੱਥੇ ਲਿਖ ਕੇ ਕੀਰਤਨ ਨਹੀਂ ਕਰ ਸਕਦਾ, ਸ਼ਬਦ ਲਿਖ ਕੇ ਨਹੀਂ ਰੱਖ ਸਕਦਾ। ਜਿੰਨੇ ਕੀਰਤਨ ਕਰਨ ਵਾਲੇ ਸਾਰੇ ਜ਼ੁਬਾਨੀ ਸ਼ਬਦ ਪੜ੍ਹਦੇ ਨੇ। ਹੁਣ ਤੇ ਅਸੀਂ ਲਿਖ ਕੇ ਵੀ ਰੱਖ ਲਈਏ ਤਾਂ ਵੀ ਭੁੱਲ ਜਾਂਦਾ। ਇਹ ਹੁਣ ਸਾਡੇ ਦਿਮਾਗ ਜਿਹੜੇ ਇੰਨੇ ਕਮਜ਼ੋਰ ਹੋ ਗਏ, ਇੰਨੀ ਸੋਚਣ ਸ਼ਕਤੀ ਘੱਟ ਹੁੰਦੀ। ਤਾ ਨਾ ਖੋਜੇ ਕਹੂੰ ਪਾਵੇ ਗੋ। ਹੇ ਮੇਰਿਆ ਮਨਾ, ਤੂੰ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਤਿਆਗ ਕਰਕੇ ਜੰਤਰਾਂ ਮੰਤਰਾਂ ਤੰਤਰਾਂ ਵਿੱਚ ਵਿਸ਼ਵਾਸ ਰੱਖਦਾ। ਚਾਹੀਦਾ ਤੇ ਸੀ ਵੀ ਜੰਤਰ ਮੰਤਰ ਤੰਤਰਾਂ ਦਾ ਅਸਥਾਨ ਵੱਖਰਾ ਹੈ, ਪਰ ਬਾਣੀ ਦਾ ਸਥਾਨ ਉੱਚਾ ਹੈ। ਪਰ ਏਦਾਂ ਮਨਮਤ ਦਾ ਲੱਛਣ ਇਹ ਹੈ ਕਿ ਜਿਹੜਾ ਬਾਣੀ ਨੂੰ ਨੀਵਾਂ ਸਮਝਦਾ ਤੇ ਜੰਤਰਾਂ ਮੰਤਰਾਂ ਨੂੰ ਉੱਚਾ ਸਮਝਦਾ। ਜੇ ਕੋਈ ਸਾਧੂ ਮਹਾਤਮਾ ਕਿਸੇ ਨੂੰ ਮੂਲ ਮੰਤਰ ਦਾ ਪਾਠ ਦੱਸੇ, ਉਹਨੂੰ 100 ਪੌਂਡ ਮੱਥਾ ਟੇਕ ਦੇ। 100 ਤੇ ਬਹੁਤ ਜ਼ਿਆਦਾ, ਜੇ ਉਹ 10 ਵੀ ਲੈ ਲਵੇ ਤੇ ਲੋਕੀ ਕਹਿੰਦੇ ਵੀ ਇਹ ਕੀ ਗੱਲ ਹੋਈ। ਜੇ ਕੋਈ ਊਲ ਜਲੂਲ ਲਿਖ ਕੇ ਦੇ ਦੇਵੇ, ਉਹਨੂੰ 1100 ਪੌਂਡ ਦੇ ਦੇ, ਫੇਰ ਤੇ ਉਹ ਖੁਸ਼ ਆ। ਜੇ ਬਾਣੀ ਦਾ ਸ਼ਬਦ ਕਿਸੇ ਨੂੰ ਸਿਖਾ ਦਿੱਤਾ ਜਾਵੇ, ਜਪਜੀ ਦਾ ਪਾਠ ਸਿਖਾ ਦਿੱਤਾ ਜਾਵੇ, ਉਹ ਸੇਵਾ ਕਰੇ। ਤੇ ਅਸੀਂ ਕਹਿੰਦੇ ਜੀ ਭਾਈ ਲਾਲਚੀ ਹੋ ਗਏ ਨੇ। ਭਾਈ ਲਾਲਚੀ ਕੋਈ ਨਹੀਂ, ਇਹ ਤੇ ਆਪ ਹੀ ਚਾਹੀਦਾ ਵੀ ਜਿਹਦੇ ਕੋਲੋਂ ਬਾਣੀ ਸਿੱਖੀਏ ਉਹਦੀ ਕੋਈ ਨਾ ਕੋਈ ਸੇਵਾ ਕਰੀਏ। ਸੰਤ ਨਿਹਾਲ ਸਿੰਘ ਜੀ ਕਹਿੰਦੇ ਨੇ ਕਿ ਲੋਕ ਜਾਦੂ ਟੂਣੀਆਂ ਦੇ ਉੱਤੇ ਹਜ਼ਾਰਾਂ ਰੁਪਏ ਖਰਚ ਕਰ ਦਿੰਦੇ ਨੇ ਤੇ ਬੜੀ ਸ਼ਰਧਾ ਨਾਲ ਖਰਚਦੇ ਨੇ। ਜਿੰਨੇ ਪੈਸੇ ਅਗਲਾ ਕਹਿੰਦਾ ਇੱਕ ਪੈਸਾ ਵੀ ਘੱਟ ਨਹੀਂ ਕਰਦੇ। ਪਰ ਜਦੋਂ ਬਾਣੀ ਦਾ ਪਾਠ ਕਰਵਾਉਣਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਨਾ ਹੋਵੇ, ਤੇ ਤੁਹਾਡੇ 'ਚ ਕੋਈ ਵਿਰਲਾ ਹੋਊਗਾ ਵੀ ਨਿਸ਼ਚਿਤ ਪੂਜਾ ਤੋਂ 1 ਪੌਂਡ ਵੱਧ ਦਿੱਤਾ ਹੋਵੇ। ਜਿੰਨੇ ਦੇਣਾ ਚਾਹੀਦਾ, ਕਿਉਂ ਜਿੰਨੇ ਪੈਸੇ ਭੇਟਾ ਦੇ ਮਿਲਨੇ ਨੇ ਰੌਲਾ ਲਾ ਕੇ, ਉਹ ਤੇ ਮਿਲਨੇ ਹੀ ਨੇ। ਜੇ ਉਹਦੇ ਗਲ 'ਚ ਕੋਈ ਪਰਨਾ ਪਾ ਦਊ ਜਾਂ ਉਹਨੂੰ ਕੋਈ ਆਦਰ ਨਾਲ ਰੋਟੀ ਖਵਾ ਦਊ। ਇੱਕ ਥਾਂ ਅਸੀਂ ਛੋਟਾ ਹੁੰਦਾ ਸੀ, ਅੰਮ੍ਰਿਤਸਰ ਸਾਹਿਬ ਪਾਠ ਸੀ, ਅਖੰਡ ਪਾਠ, ਇੱਕ ਮਾਈ ਦੇ ਘਰ। ਅਸੀਂ ਆਪਣੀ ਕੁੜੀ ਲੈ ਗਏ ਛੋਟੀ ਜੀ ਨਾਲ ਹੀ। ਉਹ ਲੜਕੀ ਜਾ ਕੇ ਮੰਜੇ ਤੇ ਬਹਿ ਗਈ ਤੇ ਉਹ ਘਰ ਵਾਲੀ ਕਹਿੰਦੀ ਚੱਲ ਵੇ ਚੱਲ ਬਾਹਰ ਨਿਕਲ, ਮੇਰੀ ਰਜਾਈ ਮਿੱਧਤੀ ਹੈ। ਸੋ ਅਸੀਂ ਉਦੋਂ ਖੁੱਲੇ ਡੁੱਲੇ ਹੁੰਦੇ ਸਾਂ, ਲਿਹਾਜ਼ ਨਹੀਂ ਸਾਂ ਰੱਖਦੇ। ਜਦੋਂ ਸ਼ਾਮਾਂ ਪਈਆਂ ਨਾ ਤੇ ਉਹਨੂੰ ਅਸੀਂ ਕਿਹਾ ਵੀ ਤੂੰ ਚਾਹ ਦਾ ਪ੍ਰਬੰਧ ਕਰ, ਰਾਤ ਨੂੰ ਪਾਠੀਆਂ ਨੇ ਨਾ ਰੌਲ ਲਾਉਣੀ ਤੇ ਚਾਹ ਪਿਆ ਦਿਆ ਕਰੀ ਪਹਿਲਾਂ। ਕਹਿੰਦੀ ਨਹੀਂ, ਇਹ ਕੰਮ ਨਹੀਂ ਮੇਥੋਂ ਹੁੰਦਾ, ਅਸੀਂ ਪੈਸੇ ਦੇਣੇ ਆ, ਤੁਸੀਂ ਜਿੱਥੋਂ ਮਰਜ਼ੀ ਪੀ ਕੇ ਆਓ, ਨਾ ਚਾਹ ਨਾ ਰੋਟੀ ਕੁਛ ਨਹੀਂ। ਫਿਰ ਅਸੀਂ ਕਿਹਾ ਵੀ ਜਿਹੜੇ ਪਾਠੀ ਪਿੰਡੋਂ ਆਏ ਨੇ ਉਹਨਾਂ ਨੇ ਹੁਣ ਲੰਮੇ ਕਿੱਥੇ ਪੈਣਾ। ਉਹ ਕਹਿੰਦੀ ਇਹ ਨਹੀਂ ਮੇਰਾ ਪ੍ਰਬੰਧ, ਜਾਓ ਜਿੱਧਰ ਮਰਜ਼ੀ ਪ੍ਰਕਰਮਾਂ 'ਚ ਸੌਂ ਜਾਓ, ਮੇਰੇ ਘਰ ਰੌਲ ਲਾਉਣ ਦੇ ਟਾਈਮ ਆਓ ਤੇ ਰੌਲ ਲਾ ਕੇ ਚਲੇ ਜਾਓ। ਹੁਣ ਜਿਹੜਾ ਇਹੋ ਜਿਹਾ ਸ਼ਰਧਾਵਾਨ ਅਖੰਡ ਪਾਠ ਕਰਾਉਂਦਾ ਕਰ, ਉਹਨੂੰ ਫਲ ਵੀ ਤੇ ਉਹੋ ਜਿਹਾ ਹੀ ਮਿਲਣਾ ਨਾ। ਗੁਰੂ ਦੀ ਬਾਣੀ ਨਾਲੋਂ ਸਾਡਾ ਪ੍ਰੇਮ ਘਟ ਗਿਆ। ਉਹ ਪਾਠ ਇਸ ਕਰਕੇ ਕਰਾਉਨੇ ਲੋਕ ਲੱਜਾ ਵਾਸਤੇ, ਵੀ ਲੋਕ ਕਹਿਣ ਨੇ ਅਖੰਡ ਪਾਠ ਕਰਾਇਆ ਵਿਆਹ ਤੇ। ਮੈਂ ਤੇ ਇਸ ਹੱਕ 'ਚ ਹੀ ਨਹੀਂ ਵੀ ਵਿਆਹ 'ਚ ਪਾਠ ਕਰਾਉਣਾ ਚਾਹੀਦਾ। ਮੈਂ ਤੇ ਕਹਿੰਦਾ ਮਗਰੋਂ ਕਰਾ ਲੈਣਾ ਚਾਹੀਦਾ, ਜਾਂ ਹਫ਼ਤਾ 2 ਹਫ਼ਤੇ ਪਹਿਲਾਂ ਕਰਾ ਲੈਣਾ ਚਾਹੀਦਾ। ਉਸ ਟਾਈਮ ਦੇ ਉੱਤੇ ਐਸੀਆਂ ਮਜਬੂਰੀਆਂ ਪੈ ਜਾਂਦੀਆਂ, ਨਾ ਤੇ ਗੁਰੂ ਦੀ ਸੇਵਾ ਹੁੰਦੀ ਆ, ਨਾ ਪਾਠੀਆਂ ਦੀ ਸੇਵਾ ਹੁੰਦੀ, ਨਾ ਰਿਸ਼ਤੇਦਾਰਾਂ ਨੂੰ ਸਾਂਭਿਆ ਜਾਂਦਾ। ਭਾਵੇਂ ਕੋਈ ਕਿੰਨਾ ਯਤਨ ਕਰੇ, ਕੋਈ ਪੀ ਕੇ ਹੀ ਆ ਜਾਂਦਾ ਵਿਆਹ 'ਚ, ਕੀ ਕਰੋਗੇ।
इस करके गुरु दी बाणी दा जदों ओट आसरा लैना ते सारा दा सारा ध्यान गुरु वल होवे, गुरु दी सेवा वल होवे। पाठियां दी सेवा वल साडा ध्यान नहीं रहिंदा, दूजे आउण जाण वालियां दी सेवा च ज्यादा ध्यान रहिंदा। पाठियां नूं भावें ठंडियां ही रोटियां क्यों ना खवा दईए, पर उन्हां नूं असीं गर्म खवाउणियां हुंदियां जिहड़े रिश्तेदार आए। इस पर करके वो बाणी का पूरा महात्म मिलता नहीं लोगों को। एरे मन मेरे क्यों फेरत जंत्र तंत्र, न मैं मंत्र न मैं मित, तना खोजे कहूँ पावेंगो। हे मेरिया मित्रा, तू गुरु का आसरा छड्ड के, बाणी का आसरा छड्ड के, गुरु दे सिखां का आसरा छड्ड के, नाम जपण वाले गुरसिखां का आसरा ते त्याग दिता ते जादू टूणे करन वालियां दे भरोसे तू विश्वास कर लिया। पर एक गल चेते रखी, इन्हां ने तेरा मित्र नहीं बनना। अजे हो सकता कोई गुरसिख तेरी बांह पकड़ लवे दया वाला। नाले अंत दे समय जिहड़े जादू टूणे करन वाले वो भूत प्रेत बनते ने मर के। इस करके पहला पहला ही इन्हां तो खड़ा छुड़ा लेना चाहिए। मरन लग्या जे अंत दे समय बाणी दी तुक चेते आई जा नाम चेते आया, तादी सदगति होनी। 10वें महाराज लिखते ने, लिखे जंत्र केते पढ़े मंत्र कोटं। कोई हजारां जंत्र लिख लवे, करोड़ा मंत्र पढ़ लवे, बचेगा ना कोई। अंत दे समय बच नहीं सकता। काल ने चोट करनी है, सिर विच डंडा मारना। जिन्हां नूं तू मित्र समझदा, इन्हां ने मित्र नहीं बनना। जिहड़े शेरां दा पालन पोषण करदे ने, कई उन्हां दे पालन वाले उन्हां दे हत्थों ही मर जांदे ने। जिहड़े सप्पां नूं दुੱਧ पिआउंदे ने, ਉਹ कई सपेले सप्पां दे डंग नाल मर जांदे ने। कई जनानियां कमलियां होईयां ने, कई बंदे कमले होए फिरदे ने। उन्हां ने ऐसे अनुष्ठान कीते, सिर दे उत्ते उन्हां दा कोई गुरु नहीं सी। इस करके फिर अस्त व्यस्त हो गई सारी गल। मंत्र न मैं मित्रता ना खोजे कहूँ पावेंगो, त्यों हर निहाल जाल जान कलिकाल जूके, वेद भेद खेद बिन कौन सिखरावेगो। संत निहाल सिंह जी कहते कलयुग का समा है। कलयुग दीआं हेरा फेरियां तो बचण वास्ते सानू गुरु दी बाणी ज्ञान दिंदी है। पुराने समयां दे लोग जिहड़े सी वेद शास्त्र पढ़दे सी, पर अजकल दे समय अंदर तां सारे पढ़ नहीं सकते। बहुत कठिन है विद्या। ਇਹ ਇੰਨੀ ਖਿਆਈ ਨਾਲ ਪੜ੍ਹੇ ਜਾਣ ਵਾਲੇ ਸਾਰੇ ਗ੍ਰੰਥਾਂ ਦਾ ਨਿਚੋੜ ਕੱਢ ਕੇ 10ਵੇਂ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਲੋਕਾਂ ਦੇ ਸਾਹਮਣੇ ਰੱਖਤਾ। ਪਿਆ ਜੇ ਅਸਲੀਅਤ ਸੌਖੇ ਅੱਖਰਾਂ 'ਚ ਪੜ੍ਹ ਲਓ। और सुनो अंगन को रोक योग यज्ञ कर, ज्ञान हूं कथे ते ज्ञान पदवी ना पावेगो। होर सुनो योग शास्त्र दे अनुसार योगा अभ्यास करने नाल भी वैगुरु दी प्राप्ति मनदे ने, पर यह मार्ग बड़ा कठिन है। कई बार श्वास ऊपर चाड़ ले ते हेठा लाउण दा जिन्हों पता नहीं, बस ऊपर ही चढ़े रहे। ते चेलियां ने जिउंदियां नूं साड़ दिता भी मर गया। श्वास ऊपर ही चढ़े ने, उतारन दा ढंग नहीं। और सुनो अंगन को रोक, शरीर नूं अचल करना। योग यज्ञ कर, योग साधना करनी। योग सिद्ध आसन 84 ये भी कर रहया। यज्ञ करने बड़े बड़े तकड़े लखां करोड़ा रुपया खर्च हुंदा। ज्ञान हूं कथे ते ज्ञान पदवी ना पावेगो। ज्ञान दियां गल्लां कथन करन नाल ज्ञान नहीं हुंदा। ज्ञान दियां गल्लां कथन करन नाल ज्ञान नहीं हुंदा। बिना जाप जी के निके ही के सुख ही के भैया, साची कहूँ साची कहूँ बाद ही गमावे गो।
ਸੰਤ ਨਿਹਾਲ ਸਿੰਘ ਜੀ ਕਹਿੰਦੇ ਜਿਹਦਾ ਜਨਮ ਗੁਰੂ ਦੇ ਸਿੱਖਾਂ ਵਿੱਚ ਹੋਇਆ, ਜਿਹੜਾ ਸਿੱਖ ਘਰਾਣੇ 'ਚ ਜੰਮਿਆ ਜਾਂ ਸਿੱਖ ਸੱਭਿਆਚਾਰ ਦੇ ਵਿੱਚ ਰਹਿੰਦਾ ਹੈ, ਪਲਦਾ ਹੈ, ਉਹ ਜਪਜੀ ਦਾ ਪਾਠ ਨਹੀਂ ਕਰਦਾ, ਜਾਪ ਸਾਹਿਬ ਦਾ ਪਾਠ ਨਹੀਂ ਕਰਦਾ। ਸੱਚੀ ਗੱਲ ਮੈਂ ਇਹ ਆਖਦਾ ਹਾਂ, ਸਾਚੀ ਕਹੂੰ ਸਾਚੀ ਕਹੂੰ ਬਾਦ ਹੀ ਗਮਾਵੇ ਗੋ। ਜਿਸ ਗੁਰਸਿੱਖ ਨੇ 10ਵੇਂ ਪਾਤਸ਼ਾਹ ਦੀ ਬਾਣੀ ਨਹੀਂ ਪੜ੍ਹੀ, ਉਹ ਅੱਧਾ ਸਿੱਖਿਆ 1/2। ਜਿਹੜਾ 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹਦਾ ਉਹ ਸੰਪੂਰਨ ਸਿੱਖ ਬਣਦਾ। ਸਿੱਖ ਤਾਂ ਸਾਰੇ ਹੀ ਨੇ, ਜਿਹਨੇ ਨਹੀਂ ਵੀ ਅੰਮ੍ਰਿਤ ਛਕਿਆ ਉਹ ਵੀ ਸਿੱਖ ਆ, ਪਰ ਜਿਹੜਾ ਖੰਡੇ ਦਾ ਅੰਮ੍ਰਿਤ ਛਕ ਲੈਂਦਾ ਹੈ ਉਹ ਸੰਪੂਰਨ ਸਿੱਖ ਬਣਦਾ ਹੈ। ਤੇ ਉਹਦੇ ਵਿੱਚ ਦੇਖੋ 4 ਬਾਣੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ ਤੇ 2 ਬਾਣੀਆਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨੇ। ਜਪਜੀ ਸਾਹਿਬ ਤੇ ਆਨੰਦ ਸਾਹਿਬ ਆਦਿ ਗੁਰੂ ਗ੍ਰੰਥ ਸਾਹਿਬ ਦੀਆਂ 2 ਬਾਣੀਆਂ ਲਈਆਂ ਨੇ ਨਿਤਨੇਮ ਵਿੱਚ। ਪਹਿਲੀ ਸੰਧਿਆ ਜਪਜੀ ਦੀ ਅੰਮ੍ਰਿਤ ਵੇਲੇ ਦੀ ਅਤੇ ਆਨੰਦ ਸਾਹਿਬ ਦਾ ਪਾਠ ਤੀਜੇ ਮਹਾਰਾਜ ਜੀ ਦਾ। ਜਾਪ ਸਾਹਿਬ, ਸਵਈਏ, ਚੌਪਈ, ਅਰਦਾਸ, ਇਹ 4 ਰਚਨਾਵਾਂ 10ਵੇਂ ਮਹਾਰਾਜ ਦੀਆਂ ਨੇ। ਅਰਦਾਸ ਦੀ ਪਹਿਲੀ ਪੌੜੀ ਚੰਡੀ ਦੀ ਵਾਰ ਦੀ ਪੌੜੀ ਹੈ। ਜਾਪ ਸਾਹਿਬ, ਸਵਈਏ ਤੇ ਚੌਪਈ, ਇਹ 3 ਬਾਣੀਆਂ 10ਵੇਂ ਪਾਤਸ਼ਾਹ ਦੀਆਂ ਤੇ ਅਰਦਾਸ ਦਾ ਮੁੱਢ ਵੀ 10ਵੇਂ ਪਾਤਸ਼ਾਹ ਦਾ। ਇਸ ਕਰਕੇ 10ਵੇਂ ਪਾਤਸ਼ਾਹ ਜੀ ਦੀ ਬਾਣੀ ਪ੍ਰਧਾਨ ਹੈ ਅੰਮ੍ਰਿਤ ਵਿੱਚ। 10ਵੇਂ ਮਹਾਰਾਜ ਦੀ ਬਾਣੀ ਪ੍ਰਧਾਨ ਹੈ ਨਿਤਨੇਮ ਵਿੱਚ। ਸ਼ਾਮ ਦੇ ਸਮੇਂ ਵਿੱਚ ਜੋ ਸੋਦਰ ਦਾ ਪਾਠ ਹੁੰਦਾ ਰਹਿ ਰਸ, ਉਹਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਨੇ ਚੌਪਈ ਦਰਜ ਕੀਤੀ ਹੈ। 10ਵੇਂ ਪਾਤਸ਼ਾਹ ਤੋਂ ਪਹਿਲਾਂ ਚੌਪਈ ਨਹੀਂ ਸੀ। ਜਦੋਂ 10ਵੀਂ ਬਾਣੀ ਉਚਾਰੀ ਤਾਂ ਫਿਰ ਹੀ ਅੰਕਿਤ ਹੋਈ। ਇਸ ਕਰਕੇ ਸ਼ਾਮਾਂ ਦੀ ਸੰਧਿਆ ਵੀ 10ਵੇਂ ਪਾਤਸ਼ਾਹ ਦੀ ਬਾਣੀ ਤੋਂ ਬਿਨਾਂ ਅਧੂਰੀ ਹੈ। ਬਿਨਾ ਜਪ ਜੀ ਕੇ ਨੀਕੇ ਹੀ ਕੇ ਸੁਖ ਹੀ ਕੇ ਭਈਆ, ਸਾਚੀ ਕਹੂੰ ਸਾਚੀ ਕਹੂੰ ਬਾਦ ਹੀ ਗਮਾਵੇ ਗੋ। ਜਿਹੜੇ ਹਿਰਦੇ ਦੇ ਸੁਖ ਨੇ ਨਾ, ਗੁੱਝੇ ਸੁਖ ਨੇ, ਗੁਪਤ ਸੁਖ ਨੇ। ਗ੍ਰਸਤ ਦੇ ਕੁਝ ਪ੍ਰਗਟ ਸੁਖ ਨੇ, ਕੁਝ ਗੁਪਤ ਸੁਖ ਨੇ। ਇਸੇ ਤਰ੍ਹਾਂ ਨਾਮ ਅਭਿਆਸੀਆਂ ਦੇ ਕੁਝ ਪ੍ਰਗਟ ਸੁਖ ਨੇ, ਸਾਰੇ ਲੋਕ ਜਾਣਦੇ ਨੇ। ਪਰ ਕੁਝ ਨਿਤਨੇਮੀਆਂ ਪ੍ਰੇਮੀਆਂ ਅਭਿਆਸੀਆਂ ਦੇ ਗੁਪਤ ਸੁਖ ਨੇ, ਜਿਹੜੇ ਲੋਕਾਂ ਨੂੰ ਨਹੀਂ ਪਤਾ, ਉਹਨਾਂ ਨੂੰ ਹੀ ਪਤਾ ਜਿਹੜਾ ਕਰਦਾ ਹੈ, ਜਿਹਨੂੰ ਉਹ ਪ੍ਰਾਪਤ ਹੁੰਦਾ। ਵਾਹਿਗੁਰੂ ਦੀ ਪ੍ਰਾਪਤੀ ਦਾ ਐਸਾ ਸੁਖ ਹੈ ਜੋ ਨਹੀਂ ਪਤਾ ਕਿਸੇ ਨੂੰ। ਜਿਹੜਾ ਪ੍ਰਾਪਤ ਹੋਵੇਗਾ ਉਹਨੂੰ ਹੀ ਪਤਾ ਹੈ। ਚਿਤ ਹੁਲਾਸੀ ਕੋ ਗਿਆਨ ਸਾਰ ਸੁਖ ਜੀ ਕੋ, ਜੰਤਰ ਮੰਤਰ ਤੰਤਰ ਟੀਕੋ, ਐਸੋ ਔਰ ਨਾ ਕਲੀ ਕੋ ਹੈ। ਸੰਤ ਜੀ ਕਹਿੰਦੇ ਚਿੱਤ ਨੂੰ ਹੁਲਾਸ ਦੇਣ ਲਈ, ਖੇੜੇ ਵਿੱਚ ਲਿਆਉਣ ਲਈ ਮਨ ਨੂੰ, ਜਿਨ੍ਹਾਂ ਦਾ ਮਨ ਬੁਝਿਆ ਵਾ, ਜਿਨ੍ਹਾਂ ਦੀ ਭਗਤੀ ਤੇ ਅੰਦਰ ਹੈ ਪਰ ਜਾਗੀ ਨਹੀਂ, ਉਹਨੂੰ ਜਗਾਉਣ ਵਾਸਤੇ ਜਾਪ ਸਾਹਿਬ ਦਾ ਪਾਠ ਉੱਚੀ ਆਵਾਜ਼ ਨਾਲ ਕਰਨਾ ਚਾਹੀਦਾ। ਫਿਰ ਜਾਪ ਸਾਹਿਬ ਦੇ ਅਰਥਾਂ ਵਿੱਚ ਧਿਆਨ ਰੱਖ ਕੇ ਬਾਣੀ ਦਾ ਪਾਠ ਕਰਨਾ ਚਾਹੀਦਾ, ਮਨ ਇਕਾਗਰ ਹੋਵੇਗਾ। ਚਿਤ ਹੁਲਾਸੀ ਕੋ ਗਿਆਨ ਸਾਰ ਸੁਖ ਜੀ ਕੋ, ਸਾਰੇ ਗਿਆਨ ਦਾ ਸਾਰ ਹੈ। ਜਿਵੇਂ ਮਣ ਪੱਕਾ ਦੁੱਧ ਹੋਵੇ, ਦਹੀਂ ਬਣਾ ਕੇ ਉਹਦਾ ਮੱਖਣ ਕੱਢ ਲਿਆ ਜਾਂਦਾ। ਜੰਤਰ ਮੰਤਰ ਤੰਤਰ ਟੀਕੋ, ਐਸੋ ਔਰ ਨਾ ਕਲੀ ਕੋ ਹੈ। ਸਿੱਖਾਂ ਵਾਸਤੇ ਬਾਣੀ ਹੀ ਜੰਤਰ ਹੈ। ਬਾਣੀ ਦਾ ਗੁਟਕਾ ਰੱਖ ਲੋ ਸੰਤੋਖ ਕੇ 2 ਰੁਮਾਲਾਂ ਵਿੱਚ, ਉਹਨੂੰ ਮੱਥਾ ਟੇਕ ਲੋ। ਇਹਦੇ ਨਾਲੋਂ ਵੱਡਾ ਜੰਤਰ ਹੋਰ ਨਹੀਂ ਹੋ ਸਕਦਾ। ਜੰਤਰ ਵੀ ਤੇ ਕਾਗਜ਼ ਦੇ ਉੱਤੇ ਲਿਖ ਕੇ ਤਵੀਤ 'ਚ ਮੜਾ ਕੇ ਕਈਆਂ ਨੇ ਬੱਧੇ ਆ ਨਾ, ਘਰਾਂ 'ਚ ਰੱਖੇ ਨੇ, ਕੋਲ ਰੱਖਦੇ ਨੇ ਵੀ ਸਾਡੀ ਰੱਖਿਆ ਹੋਵੇ। ਪ੍ਰਾਤਨ ਗੁਰਸਿੱਖ ਆਪਣੇ ਪਾਸ ਗੁਟਕੇ ਰੱਖਦੇ ਸੀ, ਬਾਣੀ ਦੇ ਸ਼ਬਦ ਲਿਖ ਕੇ ਨਾਲ ਰੱਖਦੇ ਸੀ।
इत्थों तक कि जंगां युद्धां दे अंदर जदों खालसे सन तां ओह श्री गुरु ग्रंथ साहिब महाराज दा स्वरूप नाल रखदे सी ते जिन्ना चिर ओह सवेरे नितनेम करके वाक ना ला लैण उन्ना चिर अन्न पानी नहीं सी छकदे, मूँह जूठा नहीं सी करदे। इस वास्ते देखो जर्मन वालियां ने 1 इंच लम्मा ते 1.25 इंच चौड़ा होएगा जां 1 इंच चौड़ा ते 1.5 इंच लम्मा, इन्ने कागज दे उत्ते 1430 पन्ने प्रिंट करके दिते, चांदी दीयां डब्बियां बना के ओहदे विच गुरु ग्रंथ साहब हर सिख नूं दे दित्ता मिलटरी विच भी तुसीं इह अपने नाल रखो। संपूर्ण जो गुरु ग्रंथ साहिब जी का पावन स्वरूप है उसकी पूजा का बहुत फल लिखिया, बड़ा महात्म लिखिया। भाई साहब जी कहते कलयुग के अंदर बाणी वर्गा कोई जंतर नहीं, ते फिर गुटका रखना, पूजा देनी, धूप देनी, फुल चाड़ना चंगी गल है, पर उन्होंने खोल के पढ़ना, जेड़ा गुरबाणी का पाठ करना ये वर्गा कोई मंत्र नहीं। ये बाणी सारी मंत्र रूप है। यंत्र मंत्र तंत्र टीको ऐसो और ना कली को है। फिर तंत्र जेड़ा कड़ा प्रसाद बनाना इनू तंत्र लिखिया। विधि दे नाल गुरु ग्रंथ साहिब जी की बाणी पढ़दिया होया रहतवान गुरसिख सुचमता दे नाल बर्तन मांझ के बाणी पढ़दा होया कड़ा प्रसाद दी देग तैयार करे, फिर गुरु पातशाह दी हजूरी च रख के अरदास करे, ओदा मनोरथ पूरा हो जाता। इहदे नालों वधिया होर तंत्र कोई नहीं। जोग की थली को बिंद्रा बन की अली को प्रेम पावन बलि को दुख देव दुखन दली को है। कहंदे बाणी दा होर महात्म सुनो। जोग की थली को जिन्हां ने योग साधना करनी वो पहले आसन बनाउंदे ने, आसन सिद्ध करदियां कई महीने लग जाते। कहंदे घट तो घट जिथे लख पाठ हो जाए वो आसन सिद्ध हो जाता। एक जगह ते बैठ के लख पाठ करो जपजी दा, उस जगह विच शक्ति आ जाती, उत्थे बह के कोई भी बच्चा अरदास करू ते पूरी हो जाओ। जोग की थली को बिंद्रा बन की अली को, बिंद्रा बन दे अंदर जड़ियां सखियां कृष्ण दे प्यार विच दीवानियां हो जांदियां। सच्ची मुच्ची जड़ा जाप साहब दा प्रेमी आ गुरु गोबिंद सिंह दे उत्ते दीवाना हो जांदा, मस्ताना हो जांदा। प्रेम पावन बलि को कहंदे जड़ा प्रेम है ना उन्हों प्राप्त हो जांदा। सब तो बली भगती प्रेमा भगती क्या, प्रेम दे अगे सारे नेम टुट जाते, सब मर्यादा लांभे हो जाती। किसी मनुख दे उत्ते किसी देवते की करड़ हो जाए, किसी कोलों कोई अवग्या हो जाए शहीदां सिंहां दी जगह दी, ते ओह घर विच मुसीबत आ जाती है। कहंदे जे किसी देवते की करोपी होवे, देव दुखन दली को है। कोई भी किसी नूं किसी किस्म की कसर होवे जिन्हों आपां कहने बाहर की कसर है जिहदा पता ही नहीं, कहंदे उस कसर नूं भी ठीक करने वास्ते जाप साहब दा पाठ बली देवतियां दियां भूतां प्रेतां दे पाए हुए विघन सारे दूर हो जाते हैं। जदों सुचमता दे नाल सफाई करके धूप दीप जगा के जाप साहब दा पाठ करे गुरु दा सिख, शरदा दे नाल करे अपने घर विच। न्याय की गली को छंद पिंगल भली को राह, निखल निहाल सिंह सोमत भली को है। न्याय शास्त्र है, पिंगल शास्त्र है। जिन्हां ने कविता बनाउणी वो पिंगल पढ़ते हैं। कहंदे बिना पिंगल पढ़न तो जाप साहब दा पाठ करन नाल छंदाबंदी आ जाती है। क्यों 22 छंद हन जाप साहब विच, 10 किस्म के वखरे वखरे छंद आए। बंदा पिंगल दे भेद तो भी जाणू हो जाता। वाहिगुरु की प्राप्ति का यह सीधा रस्ता है। भोग मुख ही को दैया
सब ही को भैया, आज पाठ जप जी को है के पाठ जप जी को है। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਦੁਨੀਆ ਦੇ ਪਦਾਰਥ ਵੀ ਲਿਆਉਂਦੀ, ਘਰ ਵਿੱਚ ਪਦਾਰਥ ਟਿਕਦੇ ਨੇ ਤੇ ਅੰਤ ਦੇ ਸਮੇਂ ਉਹਦੀ ਗਤੀ ਹੋ ਜਾਂਦੀ, ਉਹ ਜੂਨਾਂ 'ਚ ਨਹੀਂ ਜਾਂਦਾ, 84 ਦੇ ਚੱਕਰ 'ਚ ਨਹੀਂ ਪੈਂਦਾ ਮਨੁੱਖ। ਸਾਰੇ ਸੁੱਖਾਂ ਦੇ ਦੇਣ ਵਾਲੀ ਹੈ। ਛੋਟਾ ਹੋਵੇ ਵੱਡਾ ਹੋਵੇ, ਬਿਰਧ ਹੋਵੇ ਬੱਚਾ ਹੋਵੇ, ਇਸਤਰੀ ਹੋਵੇ ਪੁਰਸ਼ ਹੋਵੇ, ਉੱਚੀ ਕੁਲ ਦਾ ਹੋਵੇ ਨੀਵੀਂ ਕੁਲ ਦਾ ਹੋਵੇ, ਚੰਗੇ ਕਰਮਾਂ ਵਾਲਾ ਹੋਵੇ ਮਾੜੇ ਕਰਮਾਂ ਵਾਲਾ ਹੋਵੇ, ਪੁੰਨੀ ਹੋਵੇ ਜਾਂ ਪਾਪੀ ਹੋਵੇ, ਸਾਰਿਆਂ ਨੂੰ ਇਹ ਬਾਣੀ ਸੁਖਦਾਇਕ ਹੈ। ਇੱਕ ਕਥਾ ਆਈ ਹੈ ਚੱਕਰਕਾ ਵਿੱਚ, ਸੰਤ ਜੀ ਨੇ ਕਥਾ ਲਿਖੀ ਜਾਪ ਸਾਹਿਬ ਦੇ ਟੀਕੇ 'ਚ। ਉਹ ਕਹਿੰਦਾ ਜਦੋਂ ਮੈਂ ਟੀਕਾ ਲਿਖ ਰਿਹਾ ਸਾਂ ਇੱਕ ਘਟਨਾ ਘਟੀ, ਵਿੱਚ ਵਿੱਚ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ ਮੈਂ ਹਜ਼ੂਰ ਸਾਹਿਬ ਵੀ ਆਉਂਦਾ ਸਾਂ ਤੇ ਨਾਨਕ ਝੇਰੇ ਵੀ ਜਾਂਦਾ ਸਾਂ। ਉੱਥੇ ਇੱਕ ਸਾਧੂ ਨੂੰ ਕੋੜ ਹੋ ਗਿਆ। ਕਈ ਵਾਰ ਬਾਣਾ ਸਾਡਾ ਸਾਧਾਂ ਵਾਲਾ ਹੁੰਦਾ, ਕੰਮ ਨਹੀਂ ਹੁੰਦੇ, ਕਈ ਗਲਤ ਕੰਮ ਹੋ ਜਾਂਦੇ, ਕੁਸ਼ਟ ਹੋ ਗਿਆ। ਕਹਿੰਦੇ ਕੁਸ਼ਟ ਇੰਨਾ ਵੱਧ ਗਿਆ ਵੀ ਮੂੰਹ ਵੀ ਭਰ ਗਿਆ, ਹੱਥ ਵੀ ਪੈਰ ਵੀ, ਲਹੂ ਪਾਕ ਵਗਣ ਲੱਗ ਪਈ, ਅੱਠੇ ਪੈਰ ਖੁਰਕ ਹੁੰਦੀ ਰਵੇ। ਬੜਾ ਪਰੇਸ਼ਾਨ ਹੋਇਆ ਉਹ ਸਾਧੂ, ਬੜਾ ਦੁਖੀ ਹੋਇਆ। ਨਾਨਕ ਝੇਰੇ ਨੂੰ ਇੱਕ ਹੋਰ ਸੰਨਿਆਸੀ ਸਾਧੂ ਮਿਲ ਗਿਆ। ਉਹ ਆਪੋ ਵਿੱਚ ਗੱਲਾਂ ਬਾਤਾਂ ਕਰ ਰਹੇ ਨੇ। ਉਹ ਕਹਿੰਦਾ ਵੀ ਹੁਣ ਮੈਂ ਨਾ ਅੰਤਮ ਫੈਸਲਾ ਕਰ ਲਿਆ ਵੀ ਕੋਈ ਗੁਰੂ ਪੀਰ ਨਹੀਂ। ਜੇ ਕੋਈ ਗੁਰੂ ਪੀਰ ਹੁੰਦਾ ਤੇ ਮੈਂ ਰਾਜੀ ਨਾ ਹੋ ਜਾਂਦਾ, ਜਿਵੇਂ ਕਈ ਲੋਕ ਕਹਿੰਦੇ ਲਓ ਜੀ ਦੇਖੋ ਸਭ ਕੁਝ ਕਰਕੇ ਵੇਖ ਲਿਆ ਕੁਛ ਨਹੀਂ ਸੌਰਦਾ। ਉਹ ਕਹਿੰਦਾ ਫਿਰ ਤੇਰੀ ਹੁਣ ਸਲਾਹ ਕੀ ਆ? ਕਹਿੰਦਾ ਇਹੋ ਜਿਹੇ ਜਿਉਣ ਨੂੰ ਤੇ ਮਰਨਾ ਹੀ ਚੰਗਾ। ਕਹਿੰਦਾ ਹੁਣ ਮੈਂ ਬੰਬਈ ਜਾ ਰਿਹਾ, ਉੱਥੇ ਸਮੁੰਦਰ 'ਚ ਛਾਲ ਮਾਰ ਕੇ ਮਰ ਜਾਣਾ, ਹੁਣ ਮੈਂ ਰਾਜੀ ਨਹੀਂ ਹੋ ਸਕਦਾ। ਉਸ ਸਾਧੂ ਦੀ, ਸੰਨਿਆਸੀ ਸਾਧੂ ਦੀ ਨਿਸ਼ਠਾ, ਉਹਨੇ ਕਿਹਾ ਤੂੰ ਭਲਿਆ ਮਰਨ ਕਿਉਂ ਜਾਣਾ, ਤੂੰ ਹਜ਼ੂਰ ਸਾਹਿਬ ਜਾ ਜਾ ਕੇ ਗੁਰੂ ਦੇ ਦਰਬਾਰ ਦੀ ਸੇਵਾ ਕਰ। ਤੂੰ ਪੜ੍ਹਿਆ? ਕਹਿੰਦਾ ਹਾਂ ਪੜ੍ਹਿਆ। ਕਹਿੰਦੇ ਜਾ ਜਾਪ ਸਾਹਿਬ ਦਾ ਪਾਠ ਕਰੀ, ਜਾਪ ਸਾਹਿਬ ਦਾ ਪਾਠ ਕਰੀ ਤੇ ਸੇਵਾ ਕਰੀ, ਤੂੰ ਰਾਜੀ ਹੋ ਜਾਏਗਾ। ਉਹ ਕੁਸ਼ਤੀ ਹਜ਼ੂਰ ਸਾਹਿਬ ਆਇਆ, ਸੇਵਾ 'ਚ ਲੱਗ ਗਿਆ। ਇਹੋ ਜਿਹੇ ਨੂੰ ਸੇਵਾ ਵੀ ਕੌਣ ਕਰਨ ਦਿੰਦਾ? ਗੁਰਦੁਆਰੇ ਧੱਕੇ ਮਾਰ ਕੇ ਅਗਲੇ ਬਾਹਰ ਕੱਢ ਦਿੰਦੇ ਵੀ ਤੇਰੇ ਕੋਲੋਂ ਤੇ ਬਦਬੂ ਆਉਂਦੀ ਆ, ਚੱਲ ਪਾਸੇ ਹੋ ਜਾ। ਉਹ ਕਹਿੰਦਾ ਚਲੋ ਜਿਹੜੇ ਜੋੜੇ ਨਹੀਂ ਨਾ ਲਾਉਂਦੇ ਜੋੜੇ ਖਾਨੇ, ਉਹ ਉਦਾਂ ਹੀ ਜੋੜੇ ਛੱਡ ਜਾਂਦੇ, ਮੈਂ ਉਹਨਾਂ ਦਾ ਧਿਆਨ ਰੱਖ ਲੂੰ ਕਿ ਕੋਈ ਜੋੜਾ ਨਾ ਖੜੇ ਕਿਸੇ ਸੰਗਤ ਦਾ। ਤੇ ਜਦੋਂ ਜੋੜਾ ਲਾ ਕੇ ਜਾਣਾ, ਚੁੱਕ ਕੇ ਮੈਂ ਮੱਥੇ ਨੂੰ ਲਾ ਲੈਣਾ ਭਈ ਕਿਸੇ ਸਿੱਖ ਨੂੰ ਹੀ ਤਰਸ ਆਊਗਾ ਮੇਰੇ ਤੇ, ਆਇਆ ਹੋ ਕਿਸੇ ਗੁਰਸਿੱਖ ਨੂੰ। ਸਹਿਜੇ ਸਹਿਜੇ ਕਰਕੇ ਉਹਦਾ ਕੋੜ ਦੂਰ ਹੋ ਗਿਆ, ਰਾਜੀ ਹੋ ਗਿਆ। ਸੋ ਇਸ ਪ੍ਰਕਾਰ ਦੇ ਨਾਲ ਬਾਣੀ ਦਾ ਬੇਅੰਤ ਬਲ ਹੈ। ਚਾਹੇ ਜੋ ਬਲੋਕਿਓ ਛੰਦ, ਕੌਣ ਸੀ ਤਰੇ ਕੋ ਹੋਤ। ਫਿਰ ਉਹ ਸਾਧੂ ਮਿਲਿਆ ਉਹਨੂੰ, ਉਹਨੇ ਪੁੱਛਿਆ ਵੀ ਮਿੱਤਰਾ ਸੁਣਾ। ਉਹਨੇ ਮੱਥਾ ਟੇਕਿਆ, ਕਹਿੰਦਾ ਮਹਾਰਾਜ ਤੁਹਾਡਾ ਬਚਨ ਸੱਤ ਹੋ ਗਿਆ। ਮੈਂ ਆਸ ਲਾਤੀ ਸੀ, ਪਰ 10ਵੇਂ ਪਾਤਸ਼ਾਹ ਜਾਰੇ ਗੁਰੂ ਨੇ ਉਹਨਾਂ ਦੀ ਬਾਣੀ ਵਿੱਚ ਇਹ ਸੱਤਿਆ ਹੈ ਕਿ ਮੇਰਾ ਕੋੜ ਹਟ ਗਿਆ। ਨਿਰਗੁਣ ਕੇ ਨਾਮ ਕੈਸੇ ਆਦ ਜਾ ਕੋ ਕਥਨ ਹੈ। ਜਾਪ ਸਾਹਿਬ ਦੇ ਵਿੱਚ ਨਿਰਗੁਣ ਬ੍ਰਹਮ ਦੀ ਉਪਾਸਨਾ ਹੈ, ਨਿਰਗੁਣ ਦੀ ਪੂਜਾ, ਕਿ ਉਹ ਪ੍ਰਮਾਤਮਾ ਐਸਾ ਹੈ, ਵੈਗੁਰੂ ਐਸਾ। ਔਰ ਲਖਿਓ ਚਾਹੇ ਸਰੁਤ ਸਿਮਰਤੀ ਪੁਰਾਨ ਕਥਾ। ਕੋਈ ਇਹ ਵੀ ਚਾਹੁੰਦਾ ਹੋਵੇ ਵੀ ਸੁਰਤੀਆਂ ਵਿੱਚ ਕੀ ਲਿਖਿਆ, ਸਿਮਰਤੀਆਂ 'ਚ ਕੀ ਲਿਖਿਆ, ਪੁਰਾਣਾਂ 'ਚ ਕੀ ਲਿਖਿਆ। ਪੁਨ ਇਹ ਚਾਹੇ ਨਾਮ ਬਿਨ ਨਾ ਗਥਨ ਹੈ। ਜਾਂ ਕੋਈ ਐਸਾ ਸਿੱਖ ਹੋਵੇ ਜਿਹੜਾ ਕਹਿੰਦਾ ਵੀ ਮੈਂ ਹੋਰ ਕੋਈ ਗੱਲ ਸੁਣਨੀ ਨਹੀਂ ਚਾਹੁੰਦਾ। ਕਈ ਬੰਦੇ ਐਸੇ ਨੇ, ਉਹ ਕਹਿੰਦੇ ਅਸੀਂ ਨਹੀਂ ਕਥਾ ਸੁਣਦੇ। ਵੀ ਕਿਉਂ? ਤੁਹਾਨੂੰ ਗੋਲੀ ਵੱਜਦੀ ਕਥਾ ਸੁਣ ਕੇ। ਉਹ ਕਹਿੰਦੇ ਕਥਾ 'ਚ ਊਲ ਜਲੂਲ ਗੱਲਾਂ ਕਰਦੇ ਨੇ, ਸਾਡਾ ਮਨ ਹੋ ਜਾਂਦਾ ਵਿਖੇਪ, ਇਸ ਕਰਕੇ ਅਸੀਂ ਕੀਰਤਨ ਹੀ ਸੁਣਦੇ ਹਾਂ, ਕਥਾ ਨਹੀਂ ਸੁਣਦੇ।
कई वार ते सोचीदा भी उन्हां दी गल भी किसी हद तक ठीक आ। कई वार ऐसी भी कथा हुंदी आ जिहदे विच कोई गुरु दी गल नहीं हुंदी, इधर उधर दीयां गल्लां, इह तो संकोच ही चाहिदा। आपां होर भी ते किन्नियां गल्लां घरां च करदे आ, ਉਹ भी तो कच्ची बाणी है ना। घर दीयां जिहड़ियां गल्लां बातां ने, रेडियो सुनते हैं, टैलीविजन वेखते हैं, ਉਹ 'ਚ ਕਿਹੜੀਆਂ ਸਾਰੀਆਂ ਪੱਕੀਆਂ ਗੱਲਾਂ ਹੁੰਦੀਆਂ। ਜੇ ਕੋਈ ਨਾ ਕੋਈ ਗੱਲ ਚੰਗੀ ਮਿਲ ਜਾਵੇ ਤੇ ਉਹਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ। ਕੋਈ ਵੀ ਐਸਾ ਗੁਣੀ ਗਿਆਨੀ ਨਹੀਂ ਹੋਊਗਾ ਜਿਹੜਾ 1 ਘੰਟਾ ਕਥਾ ਕਰੇ ਤੇ ਇੱਕ ਵੀ ਗੱਲ ਨਾ ਚੰਗੀ ਆਖੇ। ਇੱਕ ਗੱਲ ਤੇ ਜ਼ਰੂਰੀ ਉਹ ਚੰਗੀ ਕਹਿੰਦਾ, ਇੱਕ ਹੀ ਗੱਲ ਪੱਲੇ ਬੱਝ ਲੈ ਤੇ ਇੰਨੀ ਬੜੀ। ਜੇ ਕੋਈ ਮਨੁੱਖ ਇਹ ਚਾਹੁੰਦਾ ਕਿ ਨਹੀਂ ਮੈਂ ਨਹੀਂ ਸੁਣਨੀ ਕਥਾ, ਮੈਂ ਨਹੀਂ ਸੁਣਨਾ ਪਾਠ, ਮੈਂ ਨਹੀਂ ਸੁਣਨਾ ਕੀਰਤਨ, मैं हुण छड्डता सब कुछ, अगे मैं नितनेम करदा सा हुण छड्डता, अगे गुरुद्वारे जाके कथा कीर्तन सुनींदा सी हुण उत्थे भी नहीं जांदा, ते हुण तूं की करदा? कहंदा हुण मैं नाम जपदा, बस नाम तो बिना होर कोई गल नहीं सुननी। तां संत निहाल सिंह जी कहंदे मित्रो जिहड़ा जाप साहब है ना, इहदे च नाम तो बिना दूजी गल ही नहीं कढ के विखाओ। सारी बाणी 199 पौड़ियां पढ़ लो, केवल परमेश्वर का नाम, एक नाम नहीं 1000 नाम, परमात्मा का सहंसरनामा। जिन्ना वखरे वखरे सहंसरनामे पढ़ने का फल है ना, 1000 सहंसरनामे का पाठ करो ते कला जाप साहब का पाठ कर लो, उदनों ज्यादा ही फलिया घट नहीं। एक पोथी है सहंसरनामे की, यूनिवर्सिटी वाले लैके गए, ਉਹਦੀ फोटो स्टेट की, एडी मोटी पोथी है सहंसरनामे दी। एक गुरु नानक साहब जी के समय की लिखी हुई लकड़ की पखी ऐस रोकै खुल जाती पखी, ਉਹਦੇ ਉੱਤੇ अखर लिखे ने, अजे तक पढ़े नहीं गए। अद्धी कुछ तुक पढ़ी जाती, अगे जाके पता नहीं लगता। वखरियां वखरियां बोलियां पढ़न वालियां ने भी उन्होंने पढ़न का यत्न किया, पर नहीं पढ़ी गई। श्री गुरु नानक देव महाराज जी की माला है, होर बहुत साजो समान है। ढलवी दास ने भी दर्शन किए ने, होर भी कई संगतां ने किए। 10वें पातशाह के बस्तर भी रखे हुए ने, जिथे नीले बस्तर ला के साड़ दिते, दूजे बस्तर पहने गुरु पातशाह जी ने, वो सारियां वस्तां संभालियां होईयां ने। शरधावान जाके दर्शन करके आउंदे। ਜਿਹੜਾ जाप साहब का पाठ है, ये सहंसरनामा वाहिगुरु का 1000 नाम है, ते वखरे वखरे नाम लाए ने 10वें पातशाह ने, ते वाहिगुरु नूं नमस्कार कीती। नमस्तवं अकाले नमस्तवं कृपाले, काल तो रहत है वाहिगुरु, कृपा का घर है परमात्मा। नमस्तंग मैने नमस्कार, नमो मैने नमस्कार। निर्गुण के नाम कैसे आदिया को कथन है, कहते निर्गुण ब्रह्म दे कैसे कैसे नाम गुरु गोबिंद सिंह जी ने साडे सामने रखे हैं। और लख्यो चाहे श्रुत सिमरती पुराण कथा, पुन यह चाहे नाम बिन ना गथन है। जेड़ा चाहता भी हुण ते मैं समाधि च बैठे रहना, जो समाधि लाउण दा फल है ओही फल भाई साहब कहते तो हर निहाल, जाप पढ़ लै सुखाली सासी। जिन्ना चिर तेनू सवास सही आउंदे, दमा नहीं होया, टीवी नहीं होई, कोई होर बीमारी नहीं लगी, जिन्ना चिर तेरे मूँह दे दंद साबित ने, जिन्ना चिर तेरी जुबान सही हरकत करदी है, उन्ना चिर ते तू जाप साहब का पाठ कर। जदों बुढ़ा हो जावेगा उदों हो सकता तेरी सिमरती, तेरी जुबान ना सही उच्चारण कर सके। तो हर निहाल जाप पढ़ लै सुखाली सासी, श्री गुरु गोबिंद सिंह निको जो मथन है। 10वें पातशाह ने दुनिया का ज्ञान रिड़क के मक्खन कढ़िया है, निचोड़ कढ़िया है, ते तू क्यों नहीं जाप साहब का पाठ करदा? भुजा द्वै उठाए सत भाए कहो मैं तो भैया, बिना जप जी के दूजो और को पथन है।
संत जी कहते मैं दोवें बावां खड़ियां करके दुहाई दे के लोगों ये गल कहंदा जी कि जाप साहब का पाठ जिहड़ा है ना वो सचखंड का दरवाजा है। जिहड़ा जाप साहब का नितनेमी बन जाएगा ਉਹਦੇ वास्ते सचखंड का दरवाजा बंद नहीं रहेगा, खुला होगा, वो निसंग होके जा सकता। तो हर निहाल जाप पढ़ लै सुखाली सासी, श्री गुरु गोबिंद सिंह निको जो मथन है। भुजा द्वै उठाए सत भाए कहो मैं तो भैया, बिना जप जी के दूजो और को पथन है। जेड़ा जाप साहब नहीं पढ़ता चाहता मैं गुरु गोबिंद सिंह महाराज की शरण में जाके बह जावां, नहीं बवेगा, रोक दिता जाएगा। दरवाजे में सेवादार ने रोक देना। जदों किसी भी तखत ते जाओ, जे तुसी अंदर जाना चाहो जंगले तो उत्थों दे सेवादार पुछदे ने भी खड़ा हो जा, तू कोई करैत तो नहीं की? जे कवे नहीं महाराज नहीं होई, वो कहते रहत रखदा पंजां कक्कियां दी? हाँ जी रहत रखदा। बाणियां पढ़दा 5 रोज? वो कहे जी हाँ पढ़दा। तां कहंदे भी चंगा फिर अंदर आ जा। जे इन्हां तिन्नां गल्लां विच तू पूरा नहीं ते पिछे रहो, कोई किड्डा वड्डा भी क्यों ना हो। ये नेम बनाया होया गुरु खालसे ने। अकाल तख्त साहब दे उत्ते मोटे अखरां 'च गल्लां लिख के लाइयां, होर भी कई गल्लां ने। तख्त दे उत्ते हर कोई नहीं जा सकता। जेड़ा मनुख इन्हां नेमां दा धारनी है वो ही जा सकता है। जग में कवि जो कहंदे जगत विच बड़े बड़े कवि ने, कवियां दे राजे कवि श्री गुरु गोबिंद सिंह जी कवियां विच बैठ के अपने आप नूं कवि सुधाउंदे ने। इस करके कई बार अपनी बाणी दे उत्ते लिखदे कविओ बाच बेनती चौपई, मैं भी अकाल पुरख का जस गाउण वाला कवि हाँ। कई लोगों ने भुलेखा पाया लोगों को ये गुरु की बाणी नहीं, ये कवियां की बाणी है चौपई, इस करके नहीं पढ़नी चाहिए। पर जेड़े गुरु दे सिख ने जिन्हां दा सिदक कायम है, वो कहंदे नहीं ये 10वें महाराज की रचना है, साडी जान है, ये तो बिना साडा गुजारा नहीं। जग में कवि को जो ना होल से सुजी को सुन। जगत विच केड़ा कवि ऐसा है जिहड़ा जाप साहब का पाठ करके हुलास विच ना आवे, खेड़े विच ना आवे, हिले ना। बंदा हिल जांदा जदों 10वें बापू की बाणी पढ़दा। कौन सो रस को रसी, रसी को बीर ही को है। कहते वीर रस पैदा हुंदा इस बाणी का पाठ करन नाल। जे बुजदल भी पढ़े तो सूरमा बनता। 9 रस मन्ने ने, उहदे अंदर रस आ जाता है। सो कब निहाल हर हरि के बसी को मंत्र। श्रेष्ठ कवि संत निहाल सिंह जी लिखते ने, मैं अंदरली गल दसां तुहानूं ध्यान दे के सुनियो जे। मैं ते ये लक्षण लाया भी वैगुरु नूं वस करन दा ये मंत्र है जाप साहिब। जे किसी ने परमेश्वर नूं अपने वस विच करना होवे तां वो जाप साहिब दा पाठ करन लग पवे। सो कब निहाल हर हरि के बसी को मंत्र, माया जाल जान बे मैं पेखिए नटी को है। फिर महापुरुष कहते जिहड़ा माया का जाल तणिया होया, इस दे जाल विच फसण तो बंदा बच जांदा। कामद कली को कृपा करत बली को भोग, मोख की दली गली को दीप दीपत तली को है। महापुरुष पहुंच गए हन, आपां समाप्ति करांगे। कामद कली को जाप साहब का पाठ कामना पूर्ति करदा, मनोकामना की पूर्ति लई। कोई भी किसी के मन की कामना होवे, जैसा मूल मंत्र का महात्म्य आया। सिर जप जी पौड़ी प्रथम करे कामना पूर,
ਜਿਵੇਂ ਜਪਜੀ ਦੀ ਪਹਿਲੀ ਪੌੜੀ ਮੂਲ ਮੰਤਰ ਦਾ ਪਾਠ ਹਰ ਕਾਮਨਾ ਦੀ ਪੂਰਤੀ ਵਾਸਤੇ ਪੜਿਆ ਜਾਂਦਾ। ਜਿਹਨੂੰ ਕੱਖ ਵੀ ਪਤਾ ਨਹੀਂ ਨਾ, ਜੇ ਕੋਈ ਉਹਦੇ ਤੋਂ ਵੀ ਰਾਇ ਲੈ ਤੇ ਉਹ ਕਹਿੰਦਾ ਪੁੱਤ ਤੂੰ ਪਹਿਲੀ ਪੌੜੀ ਪੜਿਆ ਕਰ, ਕਿਉਂ ਉਹਦੇ ਤੇ ਸ਼ੰਕਾ ਹੀ ਕੋਈ ਨਹੀਂ, ਮੁੱਢ ਹੈ। ਇਸੇ ਤਰ੍ਹਾਂ ਸੰਤ ਨਿਹਾਲ ਸਿੰਘ ਜੀ ਕਹਿੰਦੇ ਜੋ ਜਾਪ ਸਾਹਿਬ ਦਾ ਨਿਤਨੇਮੀ ਸਿੱਖ ਹੈ ਉਹਦੀ ਮਨੋਕਾਮਨਾ ਪੂਰੀ ਹੁੰਦੀ। ਅਸੀਂ ਉਤੋਂ ਕਈ ਵਾਰ ਪੜ੍ਹਦੇ ਆ, ਅੰਦਰ ਨਹੀਂ ਪੜ੍ਹਦੇ। ਜਦੋਂ ਅਸੀਂ ਮਨ ਜੋੜ ਕੇ ਬਾਣੀ ਨਾਲ ਧਿਆਨ ਦਿਆਂਗੇ ਉਹਦਾ ਫਲ ਅਨੇਕਾਂ ਗੁਣਾ ਵੱਧ ਜਾਵੇਗਾ। ਕਾਮੰਦ ਕਲੀ ਕੋ ਕਿਰਪਾ ਕਰਤ ਬਲੀ ਕੋ, ਕਹਿੰਦੇ ਕਲਯੁਗ ਦੇ ਅੰਦਰ ਜਾਪ ਸਾਹਿਬ ਵੱਡੀ ਮਿਹਰ ਦਾ ਸਾਗਰ ਹੈ। ਜਿੱਤੇ ਬਹੁਤ ਮਿਹਰ ਕਰਨੀ ਹੋਵੇ ਗੁਰੂ ਨੇ, ਉਹ ਜਾਪ ਸਾਹਿਬ ਦਾ ਨਿਤਨੇਮੀ ਬਣ ਜਾਂਦਾ। मुख की गली को दीप दिपत तली को है, कहते जो मुक्ति का राह है, मुक्ति का रस्ता, कौन नहीं चाहता कि मैं मुक्ति दे राह जावां, मुक्त हो जावां। कहते परलोक दे रस्ते विच एक कथा आई कि एक माई का पुत्र मर गया, उहदे वियोग विच रोई जाया करे, चुप ना करे। ਉਹਨੂੰ ਸੁਪਨਾ ਆਇਆ, ਉਹਨੇ ਪੁੱਤਰ ਵੇਖਿਆ ਤੁਰਿਆ ਜਾਂਦਾ, ਹੋਰ ਵੀ ਲੋਕੀ ਤੁਰੇ ਜਾਂਦੇ ਪਰ ਉਹਦੇ ਅੱਗੇ ਹਨੇਰਾ, ਦੂਜਿਆਂ ਦੇ ਮੂਹਰੇ ਚਾਨਣਾ। ਮਾਂ ਪੁੱਛਦੀ ਪੁੱਤ ਤੇਰੇ ਮੂਹਰੇ ਕਿਉਂ ਹਨੇਰਾ? ਉਹ ਕਹਿੰਦਾ ਤੂੰ ਰੋ ਕੇ ਮੇਰਾ ਦੀਵਾ ਬੁਝਾ ਦਿੱਤਾ, ਜਿਹੜਾ ਤੂੰ ਮੈਨੂੰ ਰੋਨੀ ਹੈ ਨਾ ਇਸ ਕਰਕੇ ਮੇਰਾ ਦੀਵਾ ਬੁਝ ਗਿਆ। ਸੰਤ ਨਿਹਾਲ ਸਿੰਘ ਜੀ ਲਿਖਦੇ ਨੇ ਕਿ ਜਾਪ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਪ੍ਰਲੋਕ ਦੇ ਰਾਹ ਦਾ ਦੀਵਾ ਹੈ, ਹੱਥ ਦੇ ਉੱਤੇ ਰੱਖਿਆ ਹੋਇਆ, ਐਨ ਚਾਨਣੀ ਚਾਨਣ, ਚਾਨਣੀ ਚਾਨਣ। ਜਗ ਮੈਂ ਸਭੀ ਕੋ ਹੈ ਦਵਈਆ ਮੁਖ ਹੀ ਕੋ ਭਈਆ, ਜਗਤ ਦੇ ਅੰਦਰ ਸਾਰੇ ਜੀਵਾਂ ਨੂੰ ਮੁਕਤੀ ਦੇ ਦੇਣ ਵਾਲਾ ਹੈ। हे ਮੇਰੇ ਵੀਰ, ਜਗ ਮੈਂ ਸਭੀ ਕੋ ਹੈ ਦਵਈਆ ਮੁਖ ਹੀ ਕੋ ਭਈਆ, ਏਕ बस इको एक मुक्ति का सिरमौर मार्ग श्री गुरु गोबिंद सिंह महाराज जी ने जाप साहब का पाठ बनाया है। सुख ही को निको टीको जप जी को है। संत जी कहते सदैवी सुखां दे देण लई, समग्र रोगां दे खात्मे वास्ते। मैं तैनूं अपनी गल दस के समाप्ति कर रहा। एक बार सानू अलर्जी हो गई, खुरक होया करे, धफ्फड़ पै जाया करन। जदों असीं तोशेखाने विचों पुस्तकां कढियां, उत्थे 3 महीने सानू अंदर रहना पिया। सवेरे ड्यूटी करके 9 बजे तो 4 बजे तक अंदर रहना, ते वो पता नहीं की कारण बनिया। उत्थे बहुत कीड़े मकोड़े सी अंदर, जां कोई कुदरती भाना वरत्या, अलर्जी हो गई। ਉਹਦਾ 1.5 ਸਾਲ ਅਸੀਂ ਇਲਾਜ ਕਰਾਇਆ, ਬੜਾ ਇਲਾਜ ਕੀਤਾ ਪਰ ਥੋੜਾ ਫਾਇਦਾ ਨਾ ਹੋਇਆ। ਫਿਰ ਅਸੀਂ ਪੂਨੇ ਵੱਡਾ ਡਾਕਟਰ ਆ, 700 ਰੁਪਇਆ ਫੀਸ ਲੈਂਦਾ ਵੇਖਣ ਦੀ, ਜਿੰਨੀ ਵਾਰ ਜਾਓ ਉਨੀ ਵਾਰ 700। ਉਹਦੇ ਕੋਲ ਸਾਨੂੰ ਕਿਸੇ ਮਹਾਂਪੁਰਸ਼ ਨੇ ਭੇਜਿਆ ਵੀ ਚਲੋ ਖਰਚਾ ਮੈਂ ਕਰੂੰ, ਤੁਸੀਂ ਇਲਾਜ ਕਰਾ ਲਓ। ਉਹਨੇ ਇੰਨੇ ਬੜੇ ਟੀਕੇ ਦੇ ਦਿੱਤੇ ਤੇ ਆ ਵੀ ਨਹੀਂ ਖਾਣਾ, ਆ ਵੀ ਨਹੀਂ ਖਾਣਾ। 6 ਮਹੀਨੇ ਪਰਹੇਜ ਵੀ ਰੱਖਿਆ, ਕੋਈ ਆਰਾਮ ਨਾ। ਜਿਹਦੇ ਘਰ ਅਸੀਂ ਰਹਿੰਦੇ ਆ ਨਾ ਉਹ ਸਾਡੇ ਨੂੰ ਤਕੜਾ ਗੁਰਸਿੱਖ ਆ, ਭਾਵੇਂ ਸਾਡੇ ਤੋਂ ਮਗਰੋਂ ਹੀ ਅੰਮ੍ਰਿਤ ਛਕਿਆ। ਉਹ ਕਹਿੰਦਾ ਵੀ ਮੈਂ ਸਵੇਰੇ ਸਭ ਕੁਝ ਸਮੁੰਦਰ 'ਚ ਸੁੱਟ ਦੇਣਾ। ਮੈਂ ਕਿਹਾ ਵੀ ਨਾ 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 ਇਹ ਨਾ ਸੁੱਟੀ। ਉਹਨੇ ਸਭ ਕੁਝ ਲੁਕਾ ਲਿਆ ਸਾਡਾ। ਆਂਦਾ ਹੁਣ ਕੋਈ ਦਵਾਈ ਨਹੀਂ ਦੇਣੀ, ਤੁਰਦੇ ਹੋ। ਅਸੀਂ ਫਿਰ ਇਹ ਬਾਣੀ ਦਾ ਜਿਹੜਾ ਟੀਕਾ ਸੀ ਇਹ ਪੜਿਆ ਤੇ ਸਾਡੀ ਬਣ ਗਈ ਸ਼ਰਧਾ। ਮੈਂ ਕਿਹਾ ਮਨਾ ਵੀ ਆਪਾਂ ਇਹ ਟੀਕਾ ਕਿਉਂ ਨਾ ਪੜੀਏ ਜਾਪ ਸਾਹਿਬ ਦਾ। अजे असी ओदा 2 के 250 सफ़ा पढ़िया तो साड़ी एलर्जी खत्म हो गई। एक पाठ असी नेम ना वाधू करन लग पे, अजे भी करते हैं। एक नितनेम दा करते हैं, एक वाधू करते हैं शरीर की रोगता वास्ते। जे असी वो दूजा पाठ बंद कर दिए ना 8 दिन, 8 दिनों के बाद सानू धफ्फड़ पैन लग पेंदे। जे वाहिगुरू गुरु गोबिंद सिंह कृपा करदा तो दूजी तरह भी वो काम करा लैंदा। जे असी अपनी मर्जी ना चलांगे मार्ग ते ठीक आ, नहीं तो कोई ऐसी बिपता पै जाती। बिपता च बंदा भजन करता, पाठ करता। इस करके बिपता आने तो पहले पहले सानू गुरु दे लड़ लगे रहना चाहिए।
संत निहाल सिंह जी कहते सुख दे देण वाला इहो जिहा होर कोई मार्ग नहीं। जो गुरु कलगीधर सच्चे पातशाह जी दी पावन बाणी है, बाणी दा मुढ़ है जाप साहब। इस दी व्याख्या करदे बाकी कथा हुण फेर करांगे। सारा हफ्ता अगला आपां इत्थे हाजरी भरनी है। अते हुण पंथ दे महान विद्वान संत बाबा हरी सिंह जी रंधावे वाले महापुरुष पहुंच गए ने। उन्हां पासों आपां अमृत बाणी दा आनंद मानना ते अगले ऐतवार नूं संत बाबा करतार सिंह जी खालसा पिंडरां वाले महापुरुषां दी बरसी लागेले गुरुद्वारे बाबे संघ विखे मनाई जा रही है। जरूर हाजरियां भर के लाहा लैना। नाले बाबा हरी सिंह जी उत्थे अगला सारा हफ्ता कथा दी भी हाजरी भरनगे। असीं इत्थे सारा हफ्ता हाजरी भरांगे। जिन्हां कोल समा बने जिथे भी बने लाहे लै के वडभागी बनो। अगला प्रोग्राम साडे सत्कारयोग